हारी हम ना सकत कर सिफत तुहारी। आप लेहो तुम कथा सुधारी। जेता समुंद सागर नीर भरिया, तेते अवगुण हमारे। दया करहो किश मेर उपावो, डुबदे पत्थर तारे। सज्जन सच्चा पातशाहो, सिर साहा दै साहो। जिस पास बैठिया सोहीऐ, सबना दा वेसाहो। जिस पास बैठिया सोहीऐ, सबना दा वेसाहो। सतनाम श्री वाहेगुरु साहिब जी। सोरठ महला पंजवा। अबनासी जीवन को दाता, सिमरत सब मल कोई। गुण धार भगतन को बर्तन, बिरला पावै कोई। अविनाशी जीवन को दाता। चाबर छतर तखत दे मालक, जुगो जुग अटल सतगुरु गरीब नवाज सच्चे पातशाह श्री गुरु ग्रंथ साहिब जी की पावन पवित्र हजूरी अंदर सुभाएमान गुरु रूप गुरु खालसा साध संगत जीओ। सरबत संगत गुरु चरणों के विच हाज़री प्रवान करो। आखो जी वाहिगुरु जी का खालसा, वाहिगुरु जी की फतेह। सतगुरु जी की अपार बख्शिश हुई है, जो भोग के समय ते महाराज साहब जी ने पावन पवित्र हुक्मनामा साहब बख्शिश किए ने। सच्चे पातशाह की कृपा के सदका सतगुरु के पावन पवित्र हुक्मनामा साहब की कथा करन दा, कथा सरवण करन दा शुभ सुभागा समा प्राप्त होया है। सारी संगत मनचित बिरती नूं एकागर करो। प्रेम दे नाल सारी संगत रसना तो चारो आखो जी सतनाम श्री वाहिगुरु जी। सतनाम श्री वाहेगुरु साहिब जी। सोरठ महला पंजवा। अबनासी जीवन को दाता, सिमरत सब मल कोई। सतगुरु गुरु अर्जन देव साहब महाराज शांति दे पुंज बाणी दे बोहत सतगुरु साहब जी का पावन पवित्र मुबारक हुक्मनामा साहब उच्चारण किया होया है। सच्चे पातशाह कहते जो अकाल पुरख वाहिगुरु है ना, अविनाशी हस्ती है। धरती के उपर साध संगत सारा जितना भी पसारा है बनाया होया, सारा नाशवंत है। परमात्मा जो वाहिगुरु है वो अविनाशी है, तो जगत सारा विनाशी है, भाव के खत्म हो जाने वाला। सच्चे पातशाह कहते दृष्टमान है सगल मथेना। जिन्ना भी अखां दे नाल नज़र आउंदा है, दिसदा है, सारा मिथ्या है कुछ होर है तो नज़र कुछ होर आउंदा है। एक झूठ हुंदा है ते एक हुंदा मिथ्या। झूठ तां वो चीज़ हुंदी जिहड़ी होवे ही ना, मिथ्या हुंदी जिहड़ी भुलेखा पा देवे। जिवें आसमान दे विच बदल होया करदे ने, इंज लगदा कि देवतियां दीयां नगरियां ने, शहर वसिया होया, जिन्हों कहिंदे ने गंधर्व नगरी। जां दूर देखो रेतले थां ते जां रोड के उपर ते इंज लगेगा जिवें पानी है, पर यथार्थ विच वो हुंदा नहीं है। असल विच वो चीज़ है नहीं।
ਇਵੇਂ ਹੀ ਸੰਸਾਰ ਅੱਖਾਂ ਨਾਲ ਜਿਹੜਾ ਹੈ ਉਹ ਸੱਚਾ ਲੱਗਦਾ ਕਿ ਸਦਾ ਰਹਿਣ ਵਾਲਾ ਹੈ, ਪਰ ਮਹਾਰਾਜ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥੇ ਨਾ। ਜਿਹੜਾ ਦ੍ਰਿਸ਼ਟੀ ਆ ਰਿਹਾ, ਅੱਖਾਂ ਨਾਲ ਦਿਸ ਰਿਹਾ, ਸਾਰਾ ਹੀ ਮਿਥਿਆ ਹੈ, ਇਹ ਸੱਚ ਨਹੀਂ ਹੈ। ਜਿੰਨੀ ਵੀ ਪ੍ਰਕਿਰਤੀ ਪ੍ਰਮਾਤਮਾ ਨੇ ਬਣਾਈ ਹੈ, ਇਹ ਸਾਰੀ ਇੱਕ ਦਿਨ ਸਾਧ ਸੰਗਤ ਨਾਸ਼ ਨੂੰ ਪ੍ਰਾਪਤ ਕਰ ਲੈਂਦੀ ਹੈ। ਪਰ ਬੰਦਾ ਆਪਣੇ ਆਪ ਨੂੰ ਸਮਝਦਾ ਕਿ ਸ਼ਾਇਦ ਮੈਂ ਮਰਨਾ ਨਹੀਂ ਹੈ, ਮੈਨੂੰ ਮੌਤ ਨਹੀਂ ਆਵੇਗੀ, ਤਾਂ ਸੱਚੇ ਪਾਤਸ਼ਾਹ ਕਹਿੰਦੇ ਜਗ ਮਰਨ ਨਾ ਪਾਇਆ, ਨਿਤ ਆਪ ਲਕਾਇਆ, ਮਤ ਜਮ ਪਕੜੇ ਲੈ ਜਾਵੇ ਜੀ। ਸੰਸਾਰ ਦੀ ਹਾਲਤ ਕੀ ਹੈ ਕਿ ਕੋਈ ਬੰਦਾ ਵੀ ਨਹੀਂ ਚਾਹੁੰਦਾ ਕਿ ਮੈਂ ਮਰ ਜਾਵਾਂ, ਭਾਵੇਂ ਜਿੱਡਾ ਮਰਜ਼ੀ ਕੋਈ ਬਜ਼ੁਰਗ ਹੋਵੇ, ਹਰੇਕ ਮੌਤ ਤੋਂ ਭੱਜਦਾ ਹੈ, ਮੌਤ ਤੋਂ ਡਰਦਾ ਹੈ। ਪਰ ਸੱਚ ਤਾਂ ਸਤਿਗੁਰੂ ਕਹਿੰਦੇ ਨਹੀਂ, ਅਸੀਂ ਸਾਰੇ ਜਿਹੜੇ ਹਾਂ ਇਹ ਕਾਲ ਦੇ ਅਧੀਨ ਆ, ਮੌਤ ਦੇ ਅਧੀਨ ਆ, ਨਾਸ਼ ਦੇ ਅਧੀਨ ਆ। ਸਾਨੂੰ ਮੌਤ ਆਵੇਗੀ ਕਿਤੇ, ਅਬਿਨਾਸ਼ੀ ਹਾਂ। ਅਬਿਨਾਸ਼ੀ ਵਾਹਿਗੁਰੂ। ਅਬਿਨਾਸ਼ੀ ਕੌਣ ਹੈ? ਕੇਵਲ ਪਰਮਾਤਮਾ। ਮਹਾਰਾਜ ਕਹਿੰਦੇ ਨੇ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਯੁੱਗਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ, ਯੁੱਗ ਅਜੇ ਬਣੇ ਨਹੀਂ ਹਨ। ਸਤਯੁਗ ਯੁੱਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ। ਇਹ ਚਾਰ ਯੁੱਗਾਂ ਦੀ ਚੌਂਕੜੀ ਮੰਨੀ ਜਾਂਦੀ ਨੇ। ਚਾਰ ਯੁੱਗ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਚਵਾਂ ਤੋਂ ਪਹਿਲਾਂ ਵੀ ਪਰਮਾਤਮਾ ਦਾ ਵਜੂਦ ਇੱਥੇ ਹੀ ਹੈ। ਉਹ ਆਦਿ ਵਿੱਚ ਵੀ ਸ਼ੁਰੂ ਵਿੱਚ ਵੀ ਹੈ। ਯੁੱਗ ਬਣ ਗਏ ਅਤੇ ਸਮੇਂ ਦੇ ਹਿਸਾਬ ਨਾਲ ਵੰਡੇ ਗਏ। ਸਮਾਂ ਸੀਮਤ ਹੋ ਗਿਆ ਅਤੇ ਪਰਮਾਤਮਾ ਤਾਂ ਵੀ ਹੈ, ਹੁਣ ਵੀ ਉਹਦੀ ਹਸਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗੀ। ਜਿਹੜੀ ਚੀਜ਼ ਪਹਿਲਾਂ ਨਾ ਹੋਵੇ ਅਤੇ ਭਵਿੱਖ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਨਾ ਹੋਵੇ ਅਤੇ ਇਕੱਲੀ ਵਰਤਮਾਨ ਵਿੱਚ ਹੀ ਦਿਸੇ, ਉਹ ਸੱਚੀ ਨਹੀਂ ਹੁੰਦੀ, ਉਹ ਨਾਸ਼ਵਾਨ ਹੀ ਹੁੰਦੀ ਹੈ, ਉਹ ਵਿਨਾਸ਼ੀ ਹੋਇਆ ਕਰਦੀ ਹੈ। ਅਤੇ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਇੱਕ ਐਸੀ ਹਸਤੀ ਹੈ ਜਿਹੜੀ ਅਕਾਲ ਹੈ, ਜਿਹਨੂੰ ਮੌਤ ਨਹੀਂ ਆਉਂਦੀ, ਜਿਹੜਾ ਮਰਨ ਤੋਂ ਰਹਿਤ ਹੈ। ਮੌਤ ਆਉਂਦੀ ਹੈ ਸੰਸਾਰ ਨੂੰ, ਕਾਲ ਪੈਂਦਾ ਹੈ ਜਗਤ ਨੂੰ। ਸਾਧ ਸੰਗਤ ਗ੍ਰੰਥਾਂ ਦੇ ਵਿੱਚ ਪੜ੍ਹੋ ਅਤੇ ਪਤਾ ਲੱਗਦਾ ਪਰਮਾਤਮਾ ਦੇ ਵੱਲੋਂ, ਵਾਹਿਗੁਰੂ ਦੇ ਵੱਲੋਂ ਸਾਰਾ ਸੰਸਾਰ ਹੀ ਹੈ ਨਾ ਜਿਹੜਾ ਮਰਨ ਲਿਖਾਏ ਮੰਡਲ ਮੈਂ ਆਏ। ਮਰਨਾ ਲਿਖਾ ਕਰਕੇ ਹੀ ਮਹਾਰਾਜ ਕਹਿੰਦੇ ਨੇ ਇਸ ਧਰਤੀ 'ਤੇ ਬੰਦਾ ਆਇਆ, ਜੀਵ ਆਏ ਨੇ। ਅਤੇ ਜਦੋਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ। ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਦਾ ਸੰਦੇਸ਼ਰੋ ਆ ਗਿਆ, ਵਾਹਿਗੁਰੂ ਵੱਲੋਂ ਭੇਜਿਆ ਹੋਇਆ ਹੁਕਮ ਆ ਗਿਆ ਅਤੇ ਤੈਨੂੰ ਜਮ ਦੇ ਦੂਤ ਲੈ ਜਾਂਦੇ ਨੇ। ਫਿਰ ਕੀ ਹੁੰਦਾ? ਉੱਠ ਚੱਲੇ ਕਮਾਏ ਸਾਰ। ਮਹਾਰਾਜ ਕਹਿੰਦੇ ਫਿਰ ਇਸ ਧਰਤੀ ਤੋਂ ਉੱਠ ਚੱਲਦਾ ਹੈ। ਜੋ ਵੀ ਕਮਾਇਆ ਹੁੰਦਾ, ਕਰਮ ਚੰਗੇ ਕੀਤੇ ਹੁੰਦੇ, ਪੁੰਨ ਕੀਤੇ ਹੁੰਦੇ, ਬਾਣੀ ਪੜ੍ਹੀ ਹੁੰਦੀ, ਉਹ ਨਾਲ ਜਾਂਦੀ ਹੈ। ਪਰਮਾਤਮਾ ਦੇ ਹੁਕਮ ਨਾਲ ਬੰਦਾ ਇਸ ਧਰਤੀ ਤੋਂ ਚਲਾ ਜਾਂਦਾ। ਇੱਕ ਰੱਤੀ ਬਿਲਮ ਨਾ ਦੇਵਣੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਮਹਾਰਾਜ ਕਹਿੰਦੇ ਫਿਰ ਜੰਮ ਛੱਡਦੇ ਨਹੀਂ ਹਨ। ਇੱਕ ਭੋਰਾ ਮਾਤਰ ਵੀ ਦੇਰੀ ਨਹੀਂ ਦਿੰਦੇ, ਟਾਈਮ ਨਹੀਂ ਦਿੰਦੇ, ਉਹ ਮੋਹਲਤ ਨਹੀਂ ਦਿੰਦੇ। ਕਰੜੇ ਹੱਥ ਪਾ ਕਰਕੇ ਪ੍ਰਭੂ ਦੀ ਦਰਗਾਹ ਵਿੱਚ ਲੈ ਜਾਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਗਣ ਘਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲਸਾਰ। ਪਰਮਾਤਮਾ ਵੱਲੋਂ ਇੱਕ ਇੱਕ ਸਵਾਸ, ਇੱਕ ਇੱਕ ਸਾਹ ਜਿਹੜਾ ਹੈ ਬੰਦੇ ਦਾ ਗਿਣ ਕੇ ਹੀ ਦਿੱਤਾ ਗਿਆ ਹੋਇਆ ਹੈ। ਅਤੇ ਇਹ ਸਵਾਸ ਨਾ ਤਾਂ ਵੱਧ ਸਕਦੇ ਨੇ ਅਤੇ ਨਾ ਹੀ ਇਹਨਾਂ ਨੂੰ ਕੋਈ ਘਟਾ ਸਕਦਾ ਹੈ। ਇਹ ਜਿੰਨੇ ਰੱਬ ਨੇ ਦਿੱਤੇ ਓਨੇ ਹੀ ਰਹਿਣੇ ਹਨ। ਪਰ ਬੰਦਾ ਕੀ ਕਰਦਾ? ਜੀਵਨ ਲੋੜ ਹੈ ਭਰਮ ਮੋਹ, ਨਾਨਕ ਤੇਊ ਗਵਾਰ। ਮੋਹ ਵਿੱਚ ਫਸਿਆ ਹੋਇਆ, ਭਰਮ ਭੁਲੇਖੇ ਵਿੱਚ ਪਿਆ ਹੋਇਆ ਬੰਦਾ। ਮਹਾਰਾਜ ਕਹਿੰਦੇ ਜੀਵਨ ਚਿਰ ਜੀਵਨ ਲੋੜਦਾ ਕਿ ਮੈਂ ਬਹੁਤਾ ਸਮਾਂ ਧਰਤੀ 'ਤੇ ਰਵਾਂ, ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਤਾਂ ਮੂਰਖਤਾਈ ਹੈ। ਅਤੇ ਫਿਰ ਬੰਦੇ ਦਾ ਇੱਕ ਹੋਰ ਵੀ ਸੁਭਾਅ ਹੈ। ਸਾਧ ਸੰਗਤ ਅਸੀਂ ਇਸ ਧਰਤੀ 'ਤੇ ਰਹਿੰਦੇ ਹਾਂ ਨਾ, ਧਰਤੀ ਦੇ ਵਸਿੰਦੇ ਹਾਂ।
ਸੱਚੇ ਪਾਤਸ਼ਾਹ ਮਹਾਰਾਜ ਤਾਂ ਇਹ ਕਹਿੰਦੇ, ਸਤਿਗੁਰੂ ਕਹਿੰਦੇ ਤੇਰਾ ਇਹ ਪੇਕਾ ਘਰ ਹੈ ਤੇ ਸਮਝ ਮਾੜਾ ਜਿਹਾ, ਪਰਮਾਤਮਾ ਦੇ ਘਰ ਤੈਨੂੰ ਜਾਣਾ ਹੀ ਪੈਣਾ, ਉਹ ਤੇਰਾ ਸਹੁਰਾ ਘਰ ਹੈ, ਬੁਲਾਵਾ ਜਦੋਂ ਵੀ ਆ ਗਿਆ ਉਦੋਂ ਹੀ ਜਾਣਾ ਪੈਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਇਹ ਕਿਹਾ ਹੈ, ਫਰੀਦਾ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਇਹ ਜ਼ਿੰਦਗੀ ਜਿਹੜੀ ਹੈ, ਜਿੰਦੜੀ ਜਿਹੜੀ ਹੈ, ਜੀਵ ਆਤਮਾ ਤਾਂ ਇੱਕ ਲਾੜੀ ਦੀ ਤਰ੍ਹਾਂ, ਤੇ ਮੌਤ ਜਿਹੜੀ ਹੈ ਉਹ ਲਾੜੇ ਦੀ ਤਰ੍ਹਾਂ ਉਹ ਤੈਨੂੰ ਲੈ ਜਾਏਗੀ ਵਿਆਹ ਕਰਕੇ। ਇਹ ਹੈ ਸਾਧ ਸੰਗਤ ਮਨੁੱਖਾਂ ਦੀ ਨਾਸ਼ਤਾ ਦੀ ਗੱਲ ਕਿ ਬੰਦੇ ਨੂੰ ਵੀ ਨਾਸ਼ ਹੋਣਾ ਹੀ ਪੈਣਾ। ਮਹਾਰਾਜ ਨੇ ਕਹਿ ਦਿੱਤਾ ਜੋ ਵੀ ਪੈਦਾ ਹੋਇਆ 4 ਤਰ੍ਹਾਂ ਦੀ ਇਹ ਪ੍ਰਕਿਰਤੀ ਹੈ। ਆਂਡਿਆਂ ਤੋਂ ਬਣੀ ਹੋਈ, ਜੇਰ ਤੋਂ, ਸੇਤਜ ਤੋਂ ਤੇ ਧਰਤੀ ਤੋਂ ਪੈਦਾ ਹੋਏ। ਅੰਡ ਜੇਰਜ ਸੇਤਜ ਉਤ ਭੁਜ ਕੀਨੀ, ਇਹ ਮਹਾਰਾਜ ਦਾ ਸ਼ਬਦ ਹੈ। ਮਹਾਰਾਜ ਕਹਿੰਦੇ 4 ਤਰ੍ਹਾਂ ਦੀ ਇਹ ਧਰਤੀ, ਇਹ ਪ੍ਰਕਿਰਤੀ ਬਣਾਈ ਹੋਈ ਜੀਵ, ਇਹ ਸਾਰੇ ਖਤਮ ਹੋ ਜਾਂਦੇ ਨੇ। ਰੋਜ਼ ਸਾਧ ਸੰਗਤ ਪਰਲੋ ਕਿਹਨੂੰ ਕਹਿੰਦੇ ਨੇ? ਇਹ ਵਿਦਾਂਤ ਦੇ ਗ੍ਰੰਥ ਵਿੱਚ ਜ਼ਿਕਰ ਆਉਂਦਾ। ਪਰਲੋ ਕਿਹੜੀ ਹੈ? ਇੱਕ ਨਿਤ ਪਰਲੋ, ਰੋਜ਼ ਹੀ ਪਰਲੋ ਹੁੰਦੀ ਹੈ। ਜਦੋਂ ਵੀ ਅਸੀਂ ਰਾਤ ਨੂੰ ਸੌਂਦੇ ਤਾਂ ਸਾਨੂੰ ਜਦੋਂ ਨੀਂਦ ਗੂੜੀ ਆ ਜਾਂਦੀ ਹੈ ਤੇ ਪਤਾ ਕੁਛ ਨਹੀਂ ਲੱਗਦਾ ਵੀ ਅਸੀਂ ਕਿੱਥੇ ਪਏ ਹੋਏ ਹਾਂ, ਸਾਡਾ ਸਰੀਰ ਕਿਸ ਹਾਲਤ ਵਿੱਚ ਹੈ, ਕਿਵੇਂ ਆ। ਇਹਨੂੰ ਕਹਿੰਦੇ ਆ ਇੱਕ ਨਿਤ ਪਰਲੋ, ਥੋੜ੍ਹੇ ਸਮੇਂ ਵਾਸਤੇ ਮੌਤ ਕਹਿ ਲਓ। ਇੱਕ ਹੁੰਦੀ ਨਿਮਿਤ ਪਰਲੋ, ਜਦੋਂ ਪ੍ਰਮਾਤਮਾ ਦਾ ਹੁਕਮ ਆ ਜਾਂਦਾ ਵਾਹਿਗੁਰੂ ਦਾ, ਤੇ ਉਦੋਂ ਫਿਰ ਕੀ ਹੁੰਦਾ, ਸਰੀਰ ਛੱਡ ਕਰਕੇ ਜਾਣਾ ਪੈਂਦਾ ਵਿੱਚੋਂ ਜੀਵ ਆਤਮਾ। ਇਹ ਹੈ ਨਿਮਿਤ ਪਰਲੋ। 4 ਤਰ੍ਹਾਂ ਦੀ ਪਰਲੋ ਹੈ। ਤੇ ਤੀਜੀ ਪਰਲੋ ਹੈ ਅਵੰਤਰ ਪਰਲੋ, ਜਦੋਂ ਪਰਮਾਤਮਾ ਦੀ ਐਸੀ ਖੇਡ ਵਰਤਦੀ ਹੈ ਕਿ ਸਾਰੀ ਧਰਤੀ ਤੇ ਜਾਲੀ ਜਲ ਹੋ ਜਾਂਦਾ, ਸਾਰੇ ਜੀਵ ਖਤਮ ਹੋ ਜਾਂਦੇ ਨੇ, ਸਾਰੇ ਖਤਮ ਹੋ ਜਾਂਦੇ, ਪਰ ਰਹਿ ਜਾਂਦਾ ਹੈ ਦੇਵਤਿਆਂ ਦੀਆਂ ਪੁਰੀਆਂ। ਬ੍ਰਹਮਾ ਆਦਿਕ ਵਿਸ਼ਨੂੰ ਮਹੇਸ਼, ਇਹ ਦੇਵਤੇ ਰਹਿ ਜਾਂਦੇ ਨੇ, ਤੇ ਪ੍ਰਭੂ ਦੀ ਜੋਤ ਤਾਂ ਹਮੇਸ਼ਾ ਹੀ ਕਾਇਮ ਦਾਇਮ ਹੈ। ਇਹਨੂੰ ਕਹਿੰਦੇ ਨੇ ਅਵੰਤਰ ਪਰਲੋ। ਚੌਥੀ ਪਰਲੋ ਕਿਹੜੀ ਹੈ ਸਾਧ ਸੰਗਤ? ਜਿਹੜੀ ਸਭ ਤੋਂ ਵੱਡੀ, ਜਿਹਨੂੰ ਮਹਾ ਪਰਲੋ ਆਖਿਆ ਜਾਂਦਾ, ਜਦੋਂ ਪਰਮਾਤਮਾ ਆਪਣੀ ਰਜ਼ਾ ਵਿੱਚ ਆਉਂਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਇੱਕ ਛਿਣ ਦੇ ਵਿੱਚ ਹੀ ਪਰਮਾਤਮਾ ਧਰਤੀ ਨੂੰ ਬਣਾ ਦਿੰਦਾ ਤੇ ਇੱਕ ਛਿਣ ਵਿੱਚ ਹੀ ਧਰਤੀ ਨੂੰ ਨਾਸ਼ ਕਰ ਦਿੰਦਾ। ਏਡੀ ਵੱਡੀ ਤਾਕਤ ਦਾ ਉਹ ਮਾਲਕ ਹੈ, ਏਡੀ ਵੱਡੀ ਉਹ ਕਰਾਮਾਤ ਦਾ ਮਾਲਕ ਹੈ। ਹਰਨ ਭਰਨ ਜਾ ਕਾ ਨੇਤਰ ਫੋਰ। ਧਰਤੀ ਨੂੰ ਬਣਾਉਣਾ, ਧਰਤੀ ਨੂੰ ਨਾਸ਼ ਕਰਨਾ ਇੱਕ ਛਿਣ ਦੇ ਸਮੇਂ ਦਾ ਹੀ, ਇੱਕ ਅੱਖ ਝਮਕਣ ਦੇ ਸਮੇਂ ਦਾ ਹੀ ਟਾਈਮ ਹੈ, ਤੇ ਇੰਨੇ ਵਿੱਚ ਹੀ ਉਹ ਬਣਾ ਵੀ ਦਿੰਦਾ ਤੇ ਖਪਾ ਵੀ ਦਿੰਦਾ ਹੈ। ਜਦੋਂ ਮਹਾਪਰਲੋ ਆਉਂਦੀ ਹੈ ਸਾਰੇ ਜੀਵ ਵੀ ਖਤਮ ਹੋ ਜਾਂਦੇ ਨੇ। ਧਿਆਨ ਦੇਣਾ, ਫਿਰ ਉਸ ਵੇਲੇ ਨਾ ਤਾਂ ਬ੍ਰਹਮਾ ਦਾ ਨਗਰੀ ਬਚਦੀ ਤੇ ਨਾ ਵਿਸ਼ਨੂੰ ਦੀ, ਕੋਈ ਦੇਵੀ ਦੇਵਤਾ ਨਹੀਂ ਰਹਿ ਜਾਂਦਾ। ਸਾਰੇ ਧਰਤੀ ਤੇ ਆਏ ਹੋਏ ਪੈਗੰਬਰ ਵੀ ਖਤਮ ਹੋ ਜਾਂਦੇ ਨੇ, ਨਾਸ਼ ਹੋ ਜਾਂਦੇ। ਰਹਿ ਕੀ ਜਾਂਦਾ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਸਾਰੇ ਜੀਵਾਂ ਦੇ ਜਿਹੜੇ ਕਰਮ ਨੇ ਉਹ ਫਲ ਦੇਣ ਵਾਸਤੇ ਜਦੋਂ ਪ੍ਰਬਲ ਹੋ ਜਾਂਦੇ ਨੇ ਤੇ ਧਰਤੀ ਦੇ ਵਿੱਚ ਨਾਸ਼ਤਾ ਆ ਜਾਂਦੀ, ਭਾਵ ਕਿ ਪਰਲੋ ਆ ਗਈ। ਸਾਰੇ ਜੀਵ ਜਿਹੜੇ ਨੇ ਸਾਧ ਸੰਗਤ ਤੇ ਸਮਾ ਜਾਂਦੇ ਨੇ ਤੱਤਾਂ ਦੇ ਵਿੱਚ, ਜਿਹੜੇ 5 ਤੱਤ ਪਰਮਾਤਮਾ ਦੇ ਬਣਾਏ ਨੇ। ਸਾਰੀ ਜਿਹੜੀ ਧਰਤੀ ਹੈ ਇਹ ਸਮਾ ਜਾਂਦੀ ਹੈ ਪਾਣੀ ਦੇ ਵਿੱਚ। ਪਾਣੀ ਸਮਾ ਜਾਂਦਾ ਹੈ ਅਗਨੀ ਦੇ ਵਿੱਚ। ਧਰਤੀ ਪਾਣੀ ਵਿੱਚ, ਪਾਣੀ ਅੱਗ ਦੇ ਵਿੱਚ, ਤੇ ਅੱਗ ਜਿਹੜੀ ਹੈ ਉਹ ਹਵਾ ਵਿੱਚ, ਤੇ ਹਵਾ ਆਕਾਸ਼ ਵਿੱਚ। ਜਿਹੜੀ ਜਿੰਨੀ ਖਾਲੀ ਜਗ੍ਹਾ ਪੁਲਾੜ ਹੈ ਇਹਦੇ ਵਿੱਚ ਸਮਾ ਗਿਆ। ਤੇ ਜਿਹੜਾ ਆਕਾਸ਼ ਹੈ ਇਹ ਕਿੱਥੇ ਚਲੇ ਗਿਆ? ਕਹਿੰਦੇ ਮਾਇਆ ਦੇ ਵਿੱਚ। ਜਿਹੜੇ 3 ਗੁਣ ਨੇ ਇਹ ਵੀ ਮਾਇਆ ਵਿੱਚ। ਮਾਇਆ ਕਿੱਥੇ ਚਲੇਗੀ? ਜਿਹੜੀ ਪ੍ਰਮਾਤਮਾ ਦੀ ਵੱਡੀ ਸ਼ਕਤੀ ਹੈ, ਮਹਾਰਾਜ ਕਹਿੰਦੇ ਚਲੀ ਜਾਂਦੀ ਹੈ ਫਿਰ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦੀ। ਕਿੰਨੀ ਕੁ ਲੀਨ ਹੁੰਦੀ? ਜਿਵੇਂ ਤਲੀ ਦੇ ਵਿੱਚ ਤਿਣ ਹੋਵੇ ਨਾ ਕਿਸੇ ਬੰਦੇ ਦੇ। ਪ੍ਰਮਾਤਮਾ ਬਹੁਤ ਬੇਅੰਤ ਹੈ, ਉਹਦੇ ਵਿੱਚ ਮਾਇਆ ਸਿਰਫ ਇੰਨੀ ਕੁ ਹੈ ਜਿੰਨੀ ਕੁ ਸਾਡੇ ਹੱਥ ਵਿੱਚ, ਕਿਸੇ ਵਿਅਕਤੀ ਦੇ ਹੱਥ ਵਿੱਚ ਛੋਟਾ ਜਿਹਾ ਤਿਣ ਹੋਵੇ, ਕਾਲਾ ਜਿਹਾ ਦਾਗ ਲੱਗਾ ਹੋਵੇ, ਭਾਵ ਕਿ ਨਾ ਮਾਤਰ ਹੀ ਰਹਿ ਜਾਂਦੀ ਹੈ। ਇੰਨਾ ਪ੍ਰਮਾਤਮਾ ਬੇਅੰਤ ਹੈ, ਅਬਨਾਸ਼ੀ ਹੈ। ਇਹ ਹੈ ਜਗਤ ਦੀ ਸਾਧ ਸੰਗਤ
ਨਾਸ਼ਵਾਨਤਾ ਕਿ ਸਾਰਾ ਜਗਤ ਅਬਨਾਸ਼ੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਤੁਸੀਂ ਪੜ੍ਹਿਆ ਕਰੋ। ਸਤਿਗੁਰੂ ਦੀ ਬਾਣੀ ਵਿੱਚ ਬਹੁਤ ਆਨੰਦ ਹੈ, ਬਹੁਤ ਜ਼ਿਆਦਾ ਸਤਿਗੁਰੂ ਦੀ ਬਾਣੀ ਵਿੱਚ ਗਿਆਨ ਹੈ। ਮਹਾਰਾਜ ਨੇ ਸਮਝਾਇਆ, ਮਹਾਰਾਜ ਕਹਿੰਦੇ ਇਸ ਧਰਤੀ 'ਤੇ ਪਤਾ ਨਹੀਂ ਕਿੰਨੇ ਕੁ ਦੇਵੀ ਦੇਵਤੇ ਪੈਦਾ ਹੋਏ ਨੇ ਅਤੇ ਕਿੰਨੇ ਕੁ ਇਸ ਧਰਤੀ 'ਤੇ ਅਵਤਾਰ ਆਏ ਨੇ। ਮਹਾਰਾਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਮਹਾਰਾਜ ਕਹਿੰਦੇ ਕ੍ਰਿਸ਼ਨ ਜੀ ਵਰਗੇ ਕਰੋੜਾਂ ਆਏ ਨੇ ਅਤੇ ਪ੍ਰਮਾਤਮਾ ਦੀ ਹਸਤੀ ਅੱਗੇ ਉਹ ਇਸ ਤਰ੍ਹਾਂ ਨੇ ਜਿਵੇਂ ਕੀੜੇ ਹੁੰਦੇ ਨੇ। ਬਣਾਏ ਪ੍ਰਮਾਤਮਾ ਨੇ, ਫਿਰ ਉਹ ਨਾਸ਼ਵੰਤ ਹੋ ਕਰਕੇ ਚਲੇ ਗਏ ਨੇ। ਕਿਸੇ ਦਾ ਕੋਈ ਇਹਦੇ ਇੱਥੇ ਸਦਾ ਚਿਰ ਰਹਿਣਾ ਬਣਿਆ ਨਹੀਂ ਹੋਇਆ। ਉਹ ਵੱਖਰੀ ਗੱਲ ਹੈ ਕਿ ਸਾਡੀ ਉਮਰ ਥੋੜ੍ਹੀ ਹੈ ਅਤੇ ਦੇਵੀ ਦੇਵਤਿਆਂ ਦੀ ਜ਼ਿਆਦਾ ਹੋਇਆ ਕਰਦੀ ਹੈ। ਅਵਤਾਰਾਂ ਦੀ ਉਮਰ, ਪੁਰਾਣੇ ਅਵਤਾਰਾਂ ਦੀ ਪੁਰਾਣੇ ਯੁੱਗਾਂ ਵਿੱਚ ਉਮਰ ਬਹੁਤ ਲੰਬੀ ਸੀ। ਵਿਦਾਂਤ ਵਿੱਚ ਇਹ ਵੀ ਗੱਲ ਸਮਝਾਈ ਹੋਈ ਹੈ ਪੁਰਾਣੇ ਮਹਾਤਮਾ ਲੋਕਾਂ ਨੇ ਕਿ ਯੁੱਗਾਂ ਦੀ ਵੀ ਜਿਹੜੀ ਉਮਰ ਹੈ ਨਾ ਉਹ ਵੀ ਨਿਸ਼ਚਿਤ ਕੀਤੀ ਹੋਈ ਹੈ। ਜਿਹੜਾ ਸਤਯੁਗ ਹੈ ਇਹਦੀ ਉਮਰ 17,28,000 ਵਰ੍ਹਾ ਮੰਨੀ ਹੋਈ, ਇੰਨੇ ਸਾਲਾਂ ਦੀ ਉਮਰ ਇਸ ਦੀ ਹੈ। ਫਿਰ ਆ ਜਾਂਦਾ ਤ੍ਰੇਤਾ। ਤ੍ਰੇਤੇ ਯੁੱਗ ਦੀ ਉਮਰ ਹੈ 12,96,000 ਸਾਲ। ਦੁਆਪਰ ਯੁੱਗ ਦੀ ਉਮਰ ਹੈ 8,64,000 ਸਾਲ। ਅਤੇ ਜਿਹੜਾ ਹੁਣ ਯੁੱਗ ਚੱਲ ਰਿਹਾ ਨਾ ਕਲਯੁੱਗ ਦਾ ਸਮਾਂ, ਇਹਦੀ ਉਮਰ ਹੈ 4,32,000 ਵਰ੍ਹਾ। ਇਹ ਮਿਣੀ ਹੋਈ ਆ ਆਪਣੇ ਅਨੁਮਾਨ ਦੇ ਅਨੁਸਾਰ, ਅੰਤ ਕੋਈ ਨਹੀਂ ਹੈ। ਇੰਨੀ ਮੰਨ ਕਰਕੇ ਚੱਲਦੇ ਨੇ ਵਿਦਵਾਨ ਵੀ ਇਹ ਵੀ ਇੰਨਾ ਸਮਾਂ ਹੀ ਬਤੀਤ ਹੁੰਦਾ ਅਤੇ ਯੁੱਗ ਪਲਟ ਜਾਂਦੇ ਨੇ ਅਤੇ ਚੌਂਕੜੀ ਬਤੀਤ ਹੋ ਜਾਂਦੀ ਹੈ। ਯੁੱਗ ਪਲਟ ਤੋਂ ਬਾਅਦ ਜਦੋਂ 4 ਵਾਰੀ 4 ਯੁੱਗ ਹੋ ਜਾਣ ਅਤੇ ਫਿਰ ਕਹਿੰਦੇ ਪਰਲੋ ਹੋ ਜਾਂਦੀ ਹੈ। ਪਰਮਾਤਮਾ ਦੀ ਲੀਲਾ ਹੈ, ਉਹ ਕਦਾਚਿਤ ਕਿਤੇ ਵੀ ਕੁਛ ਵੀ ਕਰ ਸਕਦੇ ਨੇ। ਉਹ ਅਵਿਨਾਸ਼ੀ ਹਸਤੀ ਹੈ, ਨਾਸ਼ ਤੋਂ ਰਹਿਤ ਹੈ, ਸਾਰੀ ਪ੍ਰਕਿਰਤੀ ਦਾ ਮਾਲਕ ਹੈ। ਜਿੰਨੇ ਵੀ ਸਾਧ ਸੰਗਤ ਬਣਾਏ ਹੋਏ ਦੇਵੀ ਦੇਵਤੇ ਨੇ ਸਾਰੇ ਨਾਸ਼ ਵਿੱਚ ਹੀ ਆਉਂਦੇ ਨੇ। ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੀ ਗੱਲ ਕਰ ਰਹੇ। ਮਹਾਰਾਜ ਕਹਿੰਦੇ ਏਕ ਸ਼ਿਵ ਭਏ ਏਕ ਗਏ। ਇਸ ਧਰਤੀ 'ਤੇ ਇੱਕ ਸ਼ਿਵ ਜੀ ਆਇਆ, ਇੱਕ ਚਲਾ ਜਾਂਦਾ ਹੈ। ਇਸ ਧਰਤੀ 'ਤੇ ਏਕ ਸ਼ਿਵ ਭਏ ਏਕ ਗਏ, ਇੱਕ ਫੇਰ ਭਏ। ਕਹਿੰਦੇ ਇੱਕ ਮਹਾਰਾਜ ਕਹਿੰਦੇ ਫੇਰ ਪੈਦਾ ਹੋ ਗਿਆ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਰਾਮਚੰਦਰ ਜੀ ਦੇ ਕ੍ਰਿਸ਼ਨ ਦੇ ਅਵਤਾਰ ਵੀ ਅਨੇਕਾਂ ਹੀ ਹਨ, ਇੱਕ ਅਵਤਾਰ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਪਾਤਾਲਾਂ ਪਾਤਾਲ ਲਖ ਆਕਾਸ਼ਾਂ ਆਕਾਸ਼। ਪਤਾਲ ਵੀ ਲੱਖਾਂ ਹੀ ਨੇ, ਆਕਾਸ਼ ਵੀ ਲੱਖਾਂ ਹੀ ਨੇ, ਕੋਈ ਅੰਤ ਹੈ ਹੀ ਨਹੀਂ। ਪਰਮਾਤਮਾ ਦਾ ਓੜਕ ਹੈ ਹੀ ਨਹੀਂ ਹੈ। ਮਹਾਰਾਜ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ, ਤੇਰੀ ਕੁਦਰਤ ਦਾ ਮੈਂ ਕੀ ਵਿਚਾਰ ਆਖਾਂ। ਤੂੰ ਕੀ ਮਹਾਰਾਜ ਸਾਹਿਬ ਬਣਾ ਦਿੱਤਾ ਹੈ। ਸਮੇਂ ਦੇ ਅਨੁਸਾਰ ਹੀ ਸਾਜਦਾ, ਸਮੇਂ ਅਨੁਸਾਰ ਹੀ ਇਹਨਾਂ ਨੂੰ ਲੈ ਜਾਂਦਾ। ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਸਮਾਂ ਪਾਇਆ ਅਤੇ ਬ੍ਰਹਮਾ ਨੇ ਅਵਤਾਰ ਧਾਰ ਲਿਆ, ਭਾਵ ਕਿ ਬ੍ਰਹਮਾ ਦੀ ਮੂਰਤ ਪੈਦਾ ਹੋ ਗਈ, ਸਰੀਰ ਪੈਦਾ ਹੋ ਜਾਂਦਾ ਹੈ। ਕਾਲ ਪਾਏ ਸ਼ਿਵਜੂ ਅਵਤਰਾ, ਸ਼ਿਵ ਜੀ ਦਾ ਅਵਤਾਰ ਉਤਰਨਾ ਕੀ ਹੈ? ਕਾਲ ਦਾ, ਸਮੇਂ ਦੇ ਮੁਥਾਜ ਹੈ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਮਹਾਰਾਜ ਕਹਿੰਦੇ ਨੇ ਵਿਸ਼ਨੂੰ ਜੀ ਵੀ ਕਾਲ ਦੇ ਅਧੀਨ ਹਨ, ਸਮੇਂ ਦੇ ਮੁਤਾਬਕ ਹੀ ਚੱਲਦੇ ਹਨ। ਸਮਾਂ ਪੈਦਾ ਕਰਦਾ ਅਤੇ ਵਾਹਿਗੁਰੂ ਸਮੇਂ ਦੇ ਨਾਲ ਹੀ ਉਹ ਖਤਮ ਹੋ ਜਾਂਦੇ ਨੇ, ਆਪਣਾ ਆਪ ਇੱਥੋਂ ਉਹਨਾਂ ਦਾ ਚਲਾ ਜਾਂਦਾ ਹੈ। ਇਹ ਪਰਮਾਤਮਾ ਦੀ ਇੱਕ ਲੀਲਾ ਹੈ, ਤਮਾਸ਼ਾ ਹੈ। ਮਹਾਰਾਜ ਕਹਿੰਦੇ ਬ੍ਰਹਮਾ ਅਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ। ਬ੍ਰਹਮਾ ਵੀ ਅਨੇਕਾਂ ਹੀ ਨੇ, ਵਿਸ਼ਨੂੰ ਵੀ ਅਨੇਕਾਂ ਨੇ, ਵੇਦ ਪੁਰਾਣ ਵੀ ਅਨੇਕਾਂ ਨੇ, ਅਤੇ ਸਿਮਰਤ ਸਮੂਹ ਕਹਿ ਹੋਏ ਬਿਤਾਏ ਹੈ। ਮਹਾਰਾਜ ਕਹਿੰਦੇ ਸਿਮਰਤੀਆਂ ਪੁਰਾਣ ਸਾਰੇ ਇਸ ਧਰਤੀ 'ਤੇ ਹੋ ਕਰਕੇ ਬਤੀਤ ਹੋਈ ਜਾ ਰਹੇ ਹਨ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕੁਝ ਗਿਆਨ ਦੇ ਰਹੇ ਨੇ। ਮਹਾਰਾਜ ਕਹਿੰਦੇ ਬੰਦਾ ਆਪਣੇ ਆਪ ਨੂੰ ਅਵਿਨਾਸ਼ੀ ਸਮਝ ਬੈਠਦਾ ਹੈ, ਮੋਹ ਵਿੱਚ, ਸੰਸਾਰ ਦੇ ਪਦਾਰਥਾਂ ਵਿੱਚ ਲੱਗ ਕਰਕੇ ਕਿ ਸ਼ਾਇਦ ਮੈਂ ਮਰਾਂਗਾ ਨਹੀਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜੋਗੀ ਲੋਕਾਂ ਨੂੰ ਇੱਕ ਬੜਾ ਸੋਹਣਾ ਸਮਝਾਇਆ। ਮਹਾਰਾਜ ਕਹਿੰਦੇ ਜੋਗੀ ਲੋਕ ਜਿਹੜੇ ਨੇ ਇੱਕ ਜਗ੍ਹਾ 'ਤੇ ਆਪਣਾ ਟਿਕਾਣਾ ਬਣਾ ਲੈਂਦੇ ਨੇ, ਜਿਹਨੂੰ ਕਹਿ ਦਿੰਦੇ ਨੇ ਮੁਕਾਮ, ਅਤੇ ਕਹਿੰਦੇ ਨੇ ਇਹ ਸਾਡਾ ਮੁਕਾਮ ਹੈ, ਸਾਡਾ ਟਿਕਾਣਾ ਹੈ। ਮਹਾਰਾਜ ਕਹਿੰਦੇ ਗਲਤ ਭੁਲੇਖਾ ਹੈ।
ਇਹ ਮੁਕਾਮ ਤੁਹਾਡਾ ਅਸਲ ਟਿਕਾਣਾ ਨਹੀਂ ਹੈ। ਜਿੱਥੇ ਅਸਲੀ ਟਿਕਾਣਾ ਹੈ ਉਹਦੀ ਸੋਚ ਕਰੋ ਕਿ ਰੱਬ ਦੇ ਘਰ ਨੂੰ ਜਾਣਾ ਪੈਣਾ, ਇਹ ਜਗ੍ਹਾ ਛੱਡਣੀ ਪੈਣੀ ਹੈ। ਅਸੀਂ ਵੀ ਆਪਣੇ ਪਰਿਵਾਰ ਨਾਲ, ਬੱਚਿਆਂ ਨਾਲ, ਘਰ ਨਾਲ ਬਹੁਤਾ ਕਈ ਵਾਰੀ ਮੋਹ ਪਾ ਲੈਂਦੇ ਕਿ ਸ਼ਾਇਦ ਇੱਥੇ ਹੀ ਰਵਾਂਗੇ, ਪਰ ਇਹ ਛੱਡਣਾ ਪੈਣਾ ਇੱਕ ਦਿਨ। ਇੱਥੇ ਤਾਂ ਜਿੰਨੇ ਵੀ ਆਏ ਸਤਿਗੁਰੂ ਕਹਿੰਦੇ ਸਭ ਨੂੰ ਛੱਡਣਾ ਪਿਆ। ਮਹਾਰਾਜ ਕਹਿੰਦੇ ਜਾਲ ਬਦੇ ਸਭ ਹੀ ਮ੍ਰਿਤ ਕੇ, ਕੋ ਰਾਮ ਰਸੂਲ ਨਾ ਬਾਚਨ ਪਾਏ। ਸਾਰੇ ਹੀ ਜਿਹੜੇ ਨੇ ਇਹ ਮੌਤ ਦੇ ਕਾਲ ਦੇ ਜਾਲ ਵਿੱਚ ਬੰਨੇ ਹੋਏ ਨੇ। ਜਿਵੇਂ ਕੋਈ ਸ਼ਿਕਾਰੀ ਬੰਦਾ ਆਪਣਾ ਜਾਲ ਪਾ ਦੇਵੇ ਤੇ ਪੰਛੀ ਦਾਣੇ ਚੁਗਦੇ ਨੇ ਲਾਲਚ ਵਸ ਹੋ ਕੇ ਕਿ ਬਹੁਤ ਦਾਣਾ ਵਿਖਰਿਆ ਪਿਆ ਹੈ, ਖਿਲ ਰਿਹਾ ਹੈ, ਚੁੱਕ ਲਓ। ਉੱਡ ਕਿਤੇ ਨਹੀਂ ਸਕਦੇ। ਜਿੰਨਾ ਚਿਰ ਉਹ ਚਾਹਵੇ ਜਾਲ ਪਿਆ ਹੈ, ਸ਼ਿਕਾਰੀ ਦੀ ਮਰਜ਼ੀ ਤੇ ਟਿਕੇ ਨੇ। ਜੇ ਆਪਣੀ ਮਨਮਰਜ਼ੀ ਕਰਨਗੇ ਕਿ ਦੌੜ ਜਾਈਏ, ਨਹੀਂ ਉੱਡ ਸਕਦੇ। ਪੈਰਾਂ ਵਿੱਚ ਜਾਲੀ ਉਸੇ ਵੇਲੇ ਫਸ ਜਾਣੀ ਹੈ। ਤੇ ਜੀਵ ਵੀ ਜਿਹੜੇ ਨੇ ਮੌਤ ਦੇ ਅਧੀਨ ਹੀ ਨੇ। ਮੌਤ ਦੀ ਜਾਲੀ ਮਹਾਰਾਜ ਕਹਿੰਦੇ ਦਸਮ ਪਾਤਸ਼ਾਹ ਇਹਨਾਂ ਨੂੰ ਪਈ ਹੋਈ ਹੈ ਜਾਲ। ਜਾਲ ਬਦੇ ਸਭ ਹੀ ਮ੍ਰਿਤ ਕੇ, ਕੂ ਰਾਮ ਰਸੂਲ ਨਾ ਬਾਚਨ ਪਾਏ। ਦਾਨਵ ਦੇਵ ਫਨਿੰਦ ਧਰਾ ਤਰ ਭੂਤ ਭਵਿੱਖ ਬਣਾਏ ਮਿਟਾਏ। ਅੰਤ ਮਰੇ ਪਛਤਾਏ ਪ੍ਰਿਥੀ ਪਰ ਜੇ ਜਗ ਮੈਂ ਅਵਤਾਰ ਕਹਾਏ। ਇਸ ਧਰਤੀ ਦੇ ਜਿਹੜੇ ਅਵਤਾਰੀ ਪੁਰਸ਼ ਵੀ ਹੋਏ, ਮਹਾਰਾਜ ਕਹਿੰਦੇ ਜਦੋਂ ਮੌਤ ਆਈ ਨਾ, ਉਹਨਾਂ ਨੂੰ ਇਸ ਧਰਤੀ ਤੋਂ ਜਾਣਾ ਪਿਆ ਹੈ। ਇਸ ਧਰਤੀ ਤੋਂ ਕੂਚ ਕਰਨਾ ਪਿਆ ਤੇ ਉਹਨਾਂ ਨੂੰ ਪਛਤਾਵਾ ਹੋ ਗਿਆ ਕਿ ਸਾਡੇ ਤੇ ਵੀ ਮੌਤ ਆਵੇਗੀ। ਦਾਨਵ ਦੇਵ, ਦੇਵਤੇ ਕੀ, ਦੈਂਤ ਕੀ, ਔਰ ਇਸ ਧਰਤੀ ਤੇ ਪੈਦਾ ਹੋਈ ਸੱਪਾਂ ਦੀ ਜਾਤੀ ਉਹ ਵੀ ਇਸਥੋਂ ਚਲੀ ਗਈ ਹੈ। ਮਹਾਰਾਜ ਕਹਿੰਦੇ ਭੂਤ ਕਾਲ ਵਿੱਚ, ਲੰਘ ਗਏ ਸਮੇਂ ਦੇ ਵਿੱਚ, ਇਸ ਵਕਤ ਵਿੱਚ, ਆਉਣ ਵਾਲੇ ਵਕਤ ਵਿੱਚ ਹਰ ਸਮੇਂ ਪ੍ਰਮਾਤਮਾ ਬਣਾਉਂਦਾ ਰਹੇਗਾ ਤੇ ਖ਼ਤਮ ਕਰਦਾ ਰਹੇਗਾ। ਇੱਥੇ ਕੋਈ ਨਹੀਂ ਰਹੇਗਾ। ਫਿਰ ਸਵਾਲ ਪੈਦਾ ਹੁੰਦਾ ਕਿ ਜੇ ਸਾਰਾ ਹੀ ਨਾਸ਼ਵੰਤ ਹੈ ਤੇ ਅਸੀਂ ਕੀ ਕਰੀਏ ਫਿਰ। ਪਰ ਸਤਿਗੁਰੂ ਕਹਿੰਦੇ ਧਿਆਨ ਦੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਸ ਧਰਤੀ ਤੇ ਤਿੰਨ ਚੀਜ਼ਾਂ ਰਹਿੰਦੀਆਂ ਨੇ। ਇੱਕ ਤੇ ਨਾਮ ਰਹਿੰਦਾ ਪਰਮੇਸ਼ਰ ਦਾ, ਤੇ ਵਾਹਿਗੁਰੂ ਦੇ ਪਿਆਰੇ ਸੰਤ ਰਹਿੰਦੇ ਨੇ, ਤੇ ਪ੍ਰਮਾਤਮਾ ਰਹਿੰਦਾ ਹੈ। ਉਹ ਨਹੀਂ ਇਸ ਧਰਤੀ ਤੋਂ ਜਾਣਗੇ। ਭਾਵ ਉਹ ਸਦਾ ਹੀ ਅਮਰ ਹੋ ਜਾਂਦੇ ਨੇ। ਕਿਉਂ ਅਮਰ ਹੁੰਦੇ ਨੇ? ਕਬੀਰ ਸਾਹਿਬ ਕਹਿੰਦੇ ਸਰੀਰ ਕਰਕੇ ਤਾਂ ਸਾਧ ਸੰਗਤ ਸਭ ਨੂੰ ਹੀ ਮੌਤ ਆਉਣੀ ਹੈ। ਸਰੀਰਕ ਤੌਰ ਤੇ ਮੌਤ ਰਾਮ ਨੂੰ ਵੀ ਆਈ ਹੈ ਤੇ ਰਾਵਣ ਨੂੰ ਵੀ ਆਈ ਹੈ। ਦੋਨਾਂ ਦੀ ਰਾਸ਼ੀ ਵੀ ਇੱਕ ਹੀ ਹੈ। ਸਮੇਂ ਦੇ ਅਵਤਾਰ ਕ੍ਰਿਸ਼ਨ ਜੀ ਵੀ ਜਿਹੜੇ ਸਨ, ਉਹਨਾਂ ਨੂੰ ਵੀ ਮੌਤ ਆਈ ਤੇ ਆਈ। ਕੰਸ ਨੂੰ ਵੀ ਹੈ ਆਉਣੀ, ਸੰਤ ਨੂੰ ਵੀ ਹੈ ਤੇ ਆਉਣੀ, ਚੋਰ ਨੂੰ ਵੀ ਹੈ, ਠੱਗ ਨੂੰ ਵੀ ਹੈ। ਸਰੀਰਕ ਤੌਰ ਤੇ ਮਰਨਾ ਪਏਗਾ। ਇਹ ਪ੍ਰਭੂ ਦਾ ਵਿਧਾਨ ਹੈ, ਇਹ ਪਰਮਾਤਮਾ ਦੀ ਵਿਧੀ ਹੈ। ਸਾਡੇ ਸਤਿਗੁਰੂ ਸਾਹਿਬ ਮਹਾਰਾਜ ਇਸ ਧਰਤੀ ਤੇ ਆਏ ਨੇ, ਸਰੀਰਕ ਤੌਰ ਤੇ ਉਹਨਾਂ ਨੇ ਸਰੀਰ ਛੱਡ ਦਿੱਤਾ ਹੈ। ਪਰ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਭਗਤਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਤਾਂ ਸਤਿਗੁਰੂ ਨੇ ਕਹਿ ਦਿੱਤਾ ਪ੍ਰਮਾਤਮਾ ਦੇ ਸੇਵਕ ਸਦਾ ਵਿਨਾਸ਼ੀ ਹੋ ਜਾਂਦੇ ਨੇ, ਉਹਨਾਂ ਨੂੰ ਮੌਤ ਨਹੀਂ ਸਤਾਉਂਦੀ, ਕਿਉਂਕਿ ਉਹ ਅੰਦਰ ਤੋਂ ਜੀਵਨ ਉਹਨਾਂ ਨੂੰ ਮਿਲ ਚੁੱਕਾ ਹੈ। ਕਿਹੜਾ ਜੀਵਨ? ਕਬੀਰ ਸਾਹਿਬ ਕਹਿੰਦੇ, ਕਬੀਰ ਕਹਿੰਦੇ ਕਬੀਰ ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀ ਆਵਣ ਹਾਰਾ। ਮੈਨੂੰ ਹੁਣ ਜੀਵਨ ਦਾਨ ਦੇਣ ਵਾਲਾ ਪ੍ਰਮਾਤਮਾ ਮਿਲ ਗਿਆ ਹੈ। ਮੈਂ ਨਹੀਂ ਮਰਾਂਗਾ, ਸੰਸਾਰ ਜ਼ਰੂਰ ਖਤਮ ਹੋਵੇਗਾ। ਤੇ ਆ ਜਿਹੜਾ ਬਾਹਰਲਾ ਸਰੀਰ ਹੈ ਇਹ ਸੰਸਾਰ ਵਿੱਚ ਹੀ ਆ ਜਾਂਦਾ ਹੈ। ਇਹ ਸੰਸਾਰ ਹੈ। ਆਤਮਾ ਸੰਸਾਰ ਵਿੱਚ ਨਹੀਂ ਆਏਗੀ। ਉਹ ਪ੍ਰਭੂ ਦੀ ਜੋਤ ਹੈ, ਪ੍ਰਮਾਤਮਾ ਦੀ ਹੀ ਅੰਸ਼ ਹੈ, ਪ੍ਰਮਾਤਮਾ ਦੀ ਜੋਤ ਹੈ ਉਹ। ਤਾਂ ਸੱਚੇ ਪਾਤਸ਼ਾਹ ਕਹਿੰਦੇ, ਦਸਮ ਪਾਤਸ਼ਾਹ ਦੀ ਜਿਹੜੀ ਪੰਕਤੀ ਚੱਲ ਰਹੀ ਸੀ, ਮਹਾਰਾਜ ਕਹਿੰਦੇ ਰੇ ਮਨ ਲੈਲ ਅਕੇਲ ਹੀ ਕਾਲ ਕੇ ਲਾਗਤ ਕਾਹੇ ਨਾ ਪਾਇਣ ਧਾਏ। ਹੇ ਬੇਸਮਝ ਮੇਰੇ ਮਨ, ਕਿਉਂ ਨਹੀਂ ਫਿਰ ਪ੍ਰਮਾਤਮਾ ਦੇ ਚਰਨਾਂ ਨਾਲ ਤੂੰ ਜੁੜ ਜਾਂਦਾ। ਉਸ ਵਾਹਿਗੁਰੂ ਦੀ ਬੰਦਗੀ ਵਿੱਚ ਲੱਗ ਜਾਣਾ ਕਰ, ਉਹਦੀ ਸਿਫਤ ਵਿੱਚ ਜੁੜ ਜਾਣਾ ਕਰ। ਤੈਨੂੰ ਆ ਸਰੀਰਕ ਕਾਲ ਤਾਂ ਆਵੇਗਾ, ਪਰ ਤੈਨੂੰ ਵਾਰ-ਵਾਰ ਦਾ ਜੰਮਣਾ ਮਰਨਾ ਖਤਮ ਹੋ ਜਾਏਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਨ ਕੈ ਰਾਮ ਵਸੈ ਮਨ ਮਾਹੇ, ਨਾ ਉਹ ਮਰੈ ਨਾ ਠਾਗੇ ਜਾਹੇ। ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਹੈ, ਫਿਰ ਉਹ ਨਾ ਤਾਂ ਮਰਦੇ ਹੀ ਨੇ ਤੇ ਨਾ ਹੀ ਉਹ ਠੱਗੇ ਜਾਂਦੇ ਹਨ। ਕਿਉਂ ਭਾਈ? ਉਹਨਾਂ ਨੂੰ ਮੌਤ ਸਰੀਰਕ ਤੌਰ ਤੇ ਇੱਕ ਵਾਰੀ ਤਾਂ ਆਵੇਗੀ, ਪਰ ਉਹ ਰੱਬ ਦੇ ਸਰੂਪ ਵਿੱਚ ਭੇਦ ਹੋ ਜਾਂਦੇ ਨੇ, ਅਕਾਲ ਦੇ ਵਿੱਚ ਹੀ ਚਲੇ ਜਾਂਦੇ ਹਨ।
ਉਹਦੀ ਜੋਤ ਵਿੱਚ ਹੀ ਜੋਤ ਮਿਲ ਜਾਂਦੀ। ਫਿਰ ਵਰਤਦਾ ਕੀ ਹੈ? ਹਰ ਹਰ ਜਨ ਦੋਈ ਏਕ ਹੈ, ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰਾਂਗ, ਜੋ ਜਲ ਹੀ ਵਿਖੇ ਸਮਾਏ। ਇੱਕ ਸਰੂਪ ਹੀ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੋ ਹੈ ਇਹ ਹੈ ਨਾਸ਼ ਤੋਂ ਰਹਿਤ ਅਬਿਨਾਸੀ, ਜਿਹਨੂੰ ਅਸੀਂ ਅਕਾਲ ਕਹਿ ਲਈਏ ਕਿ ਕਾਲ ਤੋਂ ਰਹਿਤ ਹੈ। ਸਾਰੇ ਜਗਤ ਦਾ ਕਾਲ ਪਰਮਾਤਮਾ ਹੈ, ਆਪ ਉਹ ਮੌਤ ਤੋਂ ਰਹਿਤ ਹੈ। ਪਰ ਸਮੇਂ ਸਮੇਂ 'ਤੇ ਕੁਝ ਲੋਕਾਂ ਨੇ ਆਪਣੇ ਆਪ ਨੂੰ ਅਬਿਨਾਸ਼ੀ ਮੰਨ ਲਿਆ ਹੈ, ਅਤੇ ਫਿਰ ਕੀ ਹੋਇਆ? ਮੂੰਹ ਦੀ ਖਾਣੀ ਪਈ ਉਹਨਾਂ ਨੂੰ। ਅਸੀਂ ਰੋਜ਼ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸਾਖੀ ਲੰਬੀ ਹੈ, ਮੈਂ ਥੋੜ੍ਹੀ ਟੂਕ ਮਾਤਰ ਦੱਸ ਦੇਵਾਂ ਕਿ ਹਰਨਾਕਸ਼ ਨੂੰ ਵੀ ਹੰਕਾਰ ਹੋ ਗਿਆ ਹੈ। ਕੀ ਹੰਕਾਰ ਹੈ? ਕੁਝ ਸਮਾਂ ਤਪ ਤਪੱਸਿਆ ਕਰ ਲਈ ਅਤੇ ਵਰ ਮੰਗ ਲੈ। ਕਿਹੜੇ ਵਰ ਮੰਗੇ ਨੇ? ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਜਲ ਮਰਾਂ, ਨਾ ਥਲ ਮਰਾਂ। ਨਾ ਮੈਂ ਕਿਸੇ ਵਸਤੂ ਤੋਂ ਮਰਾਂ, ਨਾ ਕਿਸੇ ਸ਼ਤਰੂ ਤੋਂ ਮਰਾਂ, ਨਾ ਮੈਨੂੰ ਕੋਈ ਪਸ਼ੂ ਮਾਰ ਸਕੇ, ਨਾ ਜਾਨਵਰ ਹੀ ਮਾਰ ਸਕੇ, ਅਤੇ ਨਾ ਮੈਨੂੰ ਧਰਤੀ ਦੇ ਵਿੱਚ ਹੀ ਮੌਤ ਆਵੇ, ਨਾ ਆਕਾਸ਼ ਵਿੱਚ ਹੀ ਆਵੇ। ਇੱਦਾਂ ਦੇ ਵਰ ਉਹਨੇ ਮੰਗ ਲਏ। ਜਦੋਂ ਇਹ ਵਰ ਮਿਲ ਜਾਂਦੇ ਨੇ ਅਤੇ ਹੰਕਾਰ ਪੈਦਾ ਹੋ ਗਿਆ ਵੀ ਸ਼ਾਇਦ ਮੈਂ ਹੀ ਰੱਬ ਹਾਂ। ਭੁਲੇਖਾ ਪੈ ਗਿਆ ਨਾ ਵੀ ਜੇ ਮੌਤ ਨਹੀਂ ਮੈਨੂੰ ਆਉਣੀ ਤਾਂ ਫਿਰ ਰੱਬ ਹੋਇਆ ਨਾ ਮੈਂ। ਭੁਲੇਖਾ ਸੀ ਉਹਦੇ ਮਨ ਦਾ ਬਹੁਤ ਵੱਡਾ। ਪਰ ਪਰਮਾਤਮਾ ਨੂੰ ਹਰਜੂ ਹੰਕਾਰ ਨਾ ਭਾਵੀ, ਰੱਬ ਨੂੰ ਹੰਕਾਰ ਨਹੀਂ ਪਾਉਂਦਾ। ਹੰਕਾਰ ਸਿਰੇ ਚੜ੍ਹ ਗਿਆ ਅਤੇ ਇੱਥੋਂ ਤੱਕ ਕੰਮ ਸ਼ੁਰੂ ਕਰਵਾ ਦਿੱਤਾ ਕਿ ਜਿਹੜੇ ਉਸ ਵੇਲੇ ਦੇ ਸਕੂਲ ਸਨ, ਵਿਦਿਆਲੇ ਸਨ, ਉਹਨਾਂ ਵਿੱਚ ਆਪਣਾ ਹੀ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਅਧਿਆਪਕਾਂ ਨੂੰ ਕਹਿ ਦਿੱਤਾ, ਸੰਡਾ ਮਰਕਾ ਨਾਮ ਦਾ ਅਧਿਆਪਕ ਸੀ, ਉਹਦੀ ਡਿਊਟੀ ਲਗਾਈ ਗਈ ਹੈ, ਸਾਰੇ ਅਧਿਆਪਕਾਂ ਦੀ ਲਗਾਈ ਗਈ ਹੈ ਸਭ ਸਕੂਲਾਂ ਦੇ ਵਿੱਚ ਕਿ ਬੱਚਿਆਂ ਕੋਲੋਂ ਫੱਟੀ 'ਤੇ ਲਿਖਾਇਆ ਜਾਵੇ ਕਿ ਜਲੇ ਹਰੀ, ਜਲੇ ਹਰਨਾਕਸ਼, ਥਲੇ ਹਰਨਾਕਸ਼, ਉਬੇ ਹਰਨਾਕਸ਼, ਪਰੇ ਹਰਨਾਕਸ਼। ਇੱਦਾਂ ਆਪਣਾ ਹੀ ਨਾਮ ਹੈ ਕਿ ਹਰ ਜਗ੍ਹਾ 'ਤੇ ਹਰਨਾਕਸ਼ ਹੈ। ਜਿਹੜੇ ਸਕੂਲ ਵਿੱਚ ਇਹਦਾ ਛੋਟਾ ਪੁੱਤਰ, ਇਹਦੇ 4 ਪੁੱਤਰ ਹੋਏ ਨੇ, ਅਤੇ ਸਾਰਿਆਂ ਤੋਂ ਛੋਟਾ ਸੀ ਭਗਤ ਪ੍ਰਹਿਲਾਦ। ਪ੍ਰਹਿਲਾਦ ਜਦੋਂ ਪੜ੍ਹਨ ਜਾਂਦਾ ਹੈ, ਸੰਡਾ ਮਰਕਾ ਨਾਮਕ ਪੜ੍ਹਾਉਣ ਵਾਲਾ ਅਧਿਆਪਕ ਹੈ, ਕਹਿੰਦਾ ਬੱਚਾ ਆਪਣੀ ਫੱਟੀ 'ਤੇ ਲਿਖ, ਆਪਣੇ ਮੂੰਹ ਤੋਂ ਪੜ੍ਹ, ਜਲੇ ਹਰਨਾਕਸ਼, ਥਲੇ ਹਰਨਾਕਸ਼, ਉਬੇ ਹਰਨਾਕਸ਼, ਪਰੇ ਹਰਨਾਕਸ਼। ਹਰ ਜਗ੍ਹਾ ਤੇਰੇ ਪਿਓ ਦਾ ਵਾਸਾ ਹੈ। ਹਰਨਾਕਸ਼ ਨੂੰ ਮੱਤ ਹੈ। ਹਰਨਾਕਸ਼ ਦੀ ਮਾਤਾ ਚੰਗੀ ਸੀ, ਜਾਂ ਕਹਿ ਲਓ ਕਿ ਪਰਮਾਤਮਾ ਨੇ ਵਰਤ ਕਰਕੇ ਦਾ ਹੰਕਾਰ ਤੋੜਨ ਵਾਸਤੇ ਹਰਨਾਕਸ਼ ਦਾ ਇਹਦੇ ਘਰ ਵਿੱਚ ਪੁੱਤਰ ਪੈਦਾ ਕੀਤਾ ਹੈ, ਭਗਤ ਆਪਣਾ। ਛੋਟੀ ਜਿਹੀ ਉਮਰ ਦਾ ਬਾਲਕ ਹੈ, ਅਤੇ ਜਦੋਂ ਕਹਿੰਦਾ ਇਸ ਤਰ੍ਹਾਂ ਕਹਿ, ਤੇ ਕਹਿੰਦਾ ਨਹੀਂ ਮਾਸਟਰ ਨਹੀਂ, ਇੱਦਾਂ ਨਹੀਂ ਗੱਲ ਹੋਣੀ। ਜਲੇ ਹਰੀ ਥਲੇ ਹਰੀ, ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਨਾ, ਧਰਤੀ 'ਤੇ ਵੀ, ਪਾਣੀ ਵਿੱਚ ਵੀ, ਆਕਾਸ਼ ਵਿੱਚ ਵੀ ਪਰਮਾਤਮਾ ਹੀ ਪਰਮਾਤਮਾ ਹੈ। ਕਹਿੰਦਾ ਹਰ ਜਗ੍ਹਾ 'ਤੇ ਰੱਬ ਦਾ ਵਾਸਾ ਹੈ, ਪਰਮਾਤਮਾ ਦਾ ਵਾਸਾ। ਮੇਰਾ ਪਿਓ ਹਰ ਜਗ੍ਹਾ ਨਹੀਂ ਹੋ ਸਕਦਾ। 1-2 ਦਿਨ ਲੰਘੇ, ਨਹੀਂ ਆਖੇ ਲੱਗਦਾ। ਮਾਂ ਨੂੰ ਦੱਸਿਆ, ਮਾਂ ਨੇ ਸਮਝਾਇਆ, ਪੁੱਤਰ ਆਖੇ ਲੱਗ ਜਾ, ਐਵੇਂ ਮਾਰੂਗਾ, ਦੈਤ ਬੁੱਧੀ ਹੈ, ਇਹਨੇ ਕੋਈ ਲਿਹਾਜ਼ ਨਹੀਂ ਕਰਨਾ। ਆਖਰ ਗੱਲ ਪਹੁੰਚ ਜਾਂਦੀ ਹੈ ਹਰਨਾਕਸ਼ ਦੇ ਕੋਲ ਹੀ। ਦੱਸਿਆ ਕਿ ਤੂੰ ਤਾਂ ਆਪਣਾ ਨਾਮ ਲੋਕਾਂ ਕੋਲ ਜਪਾ ਰਿਹਾ, ਪਰ ਤੇਰਾ ਮੁੰਡਾ ਖੁਦ ਆਖੇ ਨਹੀਂ ਲੱਗਦਾ। ਅਤੇ ਹੰਕਾਰੇ ਹੋਏ ਨੇ, ਆਕੜ ਦੇ ਮਾਰੇ ਹੋਏ ਨੇ, ਆਖਿਆ ਮੇਰਾ ਮੁੰਡਾ ਜੇ ਮੇਰਾ ਬਚਨ ਨਹੀਂ ਮੰਨਦਾ, ਮੇਰੀ ਆਗਿਆ ਨਹੀਂ ਮੰਨਦਾ, ਤੇ ਮਾਰ ਦਿਓ ਇਸ ਨੂੰ। ਸਜ਼ਾ ਲਾ ਦਿੱਤੀ ਗਈ ਹੈ। ਗਰਮ ਪਹਿਲਾਂ ਤਾਂ ਇਹਦੀ ਇੱਕ ਭੂਆ ਸੀ ਹੋਲਕਾ, ਅੱਗ ਦੇ ਵਿੱਚ ਬਿਠਾਉਣਾ ਚਾਹਿਆ ਵੀ ਮੇਰੇ ਕੋਲ ਇੱਕ ਚਾਦਰ ਹੈ, ਮੈਂ ਬੁੱਕਲ ਮਾਰ ਕੇ ਬੈਠ ਜਾਵਾਂਗੀ। ਨਹੀਂ, ਭਗਤ ਨੂੰ ਕੁਛ ਹੋਇਆ, ਸਗੋਂ ਹੋਲਕਾ ਹੀ ਸੜ ਕੇ ਸਵਾਹ ਹੋ ਗਈ ਹੈ। ਦੂਜਾ ਕੰਮ ਇਹ ਕੀਤਾ ਕਿ ਤਪਦੇ ਹੋਏ ਥੰਮ ਦੇ ਨਾਲ, ਲੋਹੇ ਦਾ ਥੰਮ ਹੈ, ਅੱਗ ਦੇ ਨਾਲ ਲਾਲ ਕੀਤਾ ਹੈ, ਇਹਦੇ ਨਾਲ ਕਹਿੰਦੇ ਜੱਫੀ ਪਾ ਲੈ। ਜੇ ਤੈਨੂੰ ਆਪਣੇ ਪ੍ਰਮਾਤਮਾ 'ਤੇ ਭਰੋਸਾ ਕਿ ਰੱਬ ਹਰ ਜਗ੍ਹਾ 'ਤੇ, ਫਿਰ ਪਾ ਜੱਫੀ। ਭਗਤ ਜਿਹੜਾ ਸੀ ਉਸਨੇ ਦੇਖਿਆ, ਰੱਬ ਨੂੰ ਯਾਦ ਕੀਤਾ, ਹਰੀ ਨੂੰ ਯਾਦ ਕੀਤਾ, ਅਤੇ ਕੀ ਦੇਖਿਆ ਹੈ ਕਿ ਵਾਹਿਗੁਰੂ ਨੇ ਕੀੜੀ ਦਾ ਰੂਪ ਧਾਰਨ ਕਰਕੇ ਥੰਮ 'ਤੇ ਆਉਣਾ ਕੀਤਾ। ਦੇਖਿਆ, ਭਰੋਸਾ ਵੱਜ ਗਿਆ, ਕੀੜੀ ਨੂੰ ਕੁਛ ਨਹੀਂ ਹੋਇਆ ਅਤੇ ਮੈਨੂੰ ਕੀ ਹੋਏਗਾ। ਥੰਮ ਨੂੰ ਜੱਫੀ ਪਾ ਲਈ ਹੈ।
ਥੰਮ ਪਾੜ ਜਾਂਦਾ ਤੇ ਵਿੱਚੋਂ ਨਰਸਿੰਘ ਅਵਤਾਰ ਪੈਦਾ ਹੁੰਦਾ ਤੇ ਉਸਨੇ ਪਾੜ ਕੇ ਰੱਖ ਦਿੱਤਾ, ਜਿਹੜਾ ਕਹਿੰਦਾ ਸੀ ਮੈਂ ਅਵਿਨਾਸ਼ੀ ਹਾਂ, ਆਪਣੇ ਨੋਹਾਂ ਦੇ ਨਾਲ ਖਤਮ ਕਰ ਦਿੱਤਾ ਹੈ। ਜਿਹੜੇ ਮਿਲੇ ਹੋਏ ਵਰ ਸੀ ਉਹ ਵੀ ਪੂਰੇ ਰਹੇ, ਪਰ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਸੰਧਿਆ ਦਾ ਟਾਈਮ ਸੀ, ਨਾ ਦੇਣੀ ਹੈ ਤੇ ਨਾ ਰਾਤ ਹੀ ਹੈ, ਤੇ ਬਹਾ ਵੀ ਉੱਥੇ ਹੀ ਲਿਆ ਦਰਵਾਜ਼ੇ ਦੀ ਦਹਲੀਜ਼ ਤੇ, ਨਾ ਅੰਦਰ ਹੈ ਨਾ ਬਾਹਰ ਹੈ। ਤੇ ਭਾਇਆ ਕਿੱਥੇ? ਆਪਣੀ ਗੋਦੀ ਵਿੱਚ, ਨਾ ਧਰਤੀ ਤੇ ਬੈਠਾ ਨਾ ਆਕਾਸ਼ ਵਿੱਚ ਹੀ ਹੈ। ਨਾ ਕੋਈ ਸ਼ਸਤਰੀ ਹੈ, ਨਾ ਕੋਈ ਵਸਤੂ ਹੈ, ਨਾ ਜਾਨਵਰ ਹੈ ਤੇ ਨਾ ਬੰਦਾ ਹੀ ਹੈ। ਐਸਾ ਸਰੂਪ ਪ੍ਰਮਾਤਮਾ ਨੇ ਆਪਣੀ ਸ਼ਕਤੀ ਭੇਜ ਕੇ ਧਾਰਿਆ ਤੇ ਖਤਮ ਕਰ ਦਿੱਤਾ ਹੈ। ਤੇ ਅਸੀਂ ਰੋਜ਼ ਇਹ ਸੰਧਿਆ ਦੇ ਟਾਈਮ ਸ਼ਬਦ ਪੜ੍ਹਦੇ ਹਾਂ। ਸਵੇਰੇ ਵੀ ਆਸਾ ਦੀ ਵਾਰ ਤੋਂ ਬਾਅਦ ਸੰਧਿਆ ਹੁੰਦੀ ਨਾ ਜਦੋਂ, ਤੇ ਰਾਤ ਸ਼ਾਮ ਵੇਲੇ ਵੀ ਸੰਧਿਆ ਤੇ ਸ਼ਬਦ ਪੜ੍ਹਿਆ ਜਾਂਦਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਤਾਂ ਸੱਚੇ ਪਾਤਸ਼ਾਹ ਕਹਿੰਦੇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਇਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ ਧਿਆਉਂਦਾ ਹੈ ਜਿਹਨੇ ਅੰਤ ਵੇਲੇ ਆਪਣੇ ਪਿਆਰਿਆਂ ਨੂੰ ਛਡਾ ਲਿਆ ਹੈ। ਤੇ ਅੱਜ ਲੋਕ ਤਰਕ ਕਰਦੇ ਨੇ ਕਿ ਆਹ ਕੀ ਤੁਸੀਂ ਸਾਖੀ ਸੁਣਾ ਦਿੰਦੇ ਹੋ ਕਿ ਰੱਬ ਦੇ ਅਵਤਾਰ ਧਾਰਿਆ, ਪਰਮਾਤਮਾ ਦੀ ਸ਼ਕਤੀ ਨੇ ਅਵਤਾਰ ਧਾਰਿਆ। ਇੱਦਾਂ ਵੀ ਕੋਈ ਅਵਤਾਰ ਧਾਰਨ ਕਰ ਸਕਦਾ ਹੈ? ਨਰਸਿੰਘ ਅਵਤਾਰ ਬੰਦੇ ਦਾ ਤੇ ਸ਼ੇਰ ਦਾ ਧੜ ਤੇ ਹਿੱਸਾ ਦੋਵਾਂ ਦਾ ਸੁਮੇਲ ਕਰਕੇ ਸਰੀਰ ਕੋਈ ਬਣ ਸਕਦਾ? ਜਿਹਨੇ ਮੰਨਣਾ ਮੰਨ ਲਵੇ, ਜਿਹਨੇ ਨਹੀਂ ਮੰਨਣਾ ਨਾ ਮੰਨੇ। ਅਸੀਂ ਤਾਂ ਇਸ ਚੀਜ਼ ਨੂੰ ਮੰਨਾਂਗੇ, ਜੋ ਅਸੀਂ ਸ਼ਬਦ ਪੜ੍ਹਦੇ ਗੁਰਬਾਣੀ ਦੇ ਉਹ ਸਾਡੇ ਵਾਸਤੇ ਸੱਚ ਹਨ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਹੈ, ਧੁਰੋਂ ਆਈ ਹੋਈ, ਦਰਗਾਹ ਤੋਂ ਆਈ ਹੋਈ ਬਾਣੀ ਹੈ। ਜਿਹਨੇ ਨਹੀਂ ਮੰਨਣਾ ਨਾ ਮੰਨੇ। ਇਹ ਜਿਹੜਾ ਸਤਿਗੁਰੂ ਦੀ ਬਾਣੀ ਨੂੰ ਮੰਨੇਗਾ ਸੁੱਖ ਉਹ ਪ੍ਰਾਪਤ ਕਰੇਗਾ। ਮਹਾਰਾਜ ਕਹਿੰਦੇ ਕੇਵਲ ਪਰਮਾਤਮਾ ਅਵਿਨਾਸ਼ੀ ਹੈ। ਇਸ ਧਰਤੀ ਤੇ ਇੱਕ ਨਹੀਂ ਅਨੇਕ ਹੀ ਪੈਦਾ ਹੋਏ, ਵੱਡੇ ਵੱਡੇ ਰਾਜੇ ਹੋਏ, ਬਾਦਸ਼ਾਹ। ਸ਼ਾਹ ਸਿਕੰਦਰ ਵੀ ਆਇਆ ਜਿਹੜਾ ਆਪਣੇ ਆਪ ਨੂੰ ਖੁਦਾ ਮੰਨਦਾ ਸੀ, ਪਰ ਅੰਤ ਹਾਰ ਕਰਕੇ ਚਲਾ ਗਿਆ। ਕਹਿੰਦਾ ਸੀ ਮੈਂ ਰੱਬ ਹਾਂ, ਪਰ ਜਦੋਂ ਮੌਤ ਨੇ ਆ ਕਰਕੇ ਦਸਤਕ ਦਿੱਤੀ ਹੈ ਤੇ ਸਾਰੇ ਭੁਲੇਖੇ ਦੂਰ ਹੋ ਗਏ ਹੈ। ਜਿਹੜਾ ਕਹਿੰਦਾ ਸੀ ਮੈਨੂੰ ਖੁਦਾ ਆਖਿਆ ਕਰੋ, ਜੇ ਖੁਦਾ ਹੁੰਦਾ ਤੇ ਮੇਰੇ ਨਾਲ ਯੁੱਧ ਕਰਦਾ, ਪਰ ਜਿੱਦਣ ਮੌਤ ਆਈ ਤੇ ਸਾਰਾ ਕੁਝ ਹੀ ਖਤਮ ਹੋ ਗਿਆ। ਡਾਕਟਰਾਂ ਨੂੰ ਵੀ ਬੁਲਾਉਂਦਾ, ਦਵਾਈਆਂ ਵੀ ਮੰਗਾਈਆਂ ਕਿ ਕੋਈ ਹੈ ਇੱਦਾਂ ਦੀ ਗੋਲੀ, ਕੋਈ ਦਵਾਈ? ਕਹਿੰਦੇ ਨਹੀਂ ਹੈਗੀ। ਮੌਤ ਤੋਂ ਨਹੀਂ ਕੁਝ ਵੀ ਬਚਾ ਸਕਦਾ, ਕੋਈ ਤਾਕਤ, ਕੋਈ ਐਸੀ ਸ਼ਕਤੀ ਨਹੀਂ ਹੈ ਜਿਹੜੀ ਮੌਤ ਤੋਂ ਬਚਾ ਸਕੇ। ਤੈਨੂੰ ਜਾਣਾ ਹੀ ਪਵੇਗਾ। ਅੰਤ ਹਾਰ ਕਰਕੇ ਗਿਆ ਤੇ ਇਹ ਸੁਣਾ ਦਿੱਤਾ ਕਿ ਦਰ ਸਿਕੰਦਰ ਕਾ ਜਨਾਜਾ ਕੂਚਾ ਕੂਚਾ ਮੈਂ ਫਿਰੇ, ਤਾਕੇ ਹੋ ਮਲੂਮ ਸਭ ਕੋ ਆਖਰਤ ਕਾ ਜੇ ਮਜਾ। ਮੇਰੇ ਹੱਥ ਬਾਹਰ ਰੱਖਿਓ ਤੇ ਸ਼ਹਿਰ ਵਿੱਚ ਮੇਰਾ ਜਨਾਜਾ ਕੱਢਿਓ। ਖਾਲੀ ਹੱਥ ਮੈਂ ਆਇਆ ਤੇ ਖਾਲੀ ਚੱਲਿਆ ਹਾਂ। ਕੇਵਲ ਪਰਮਾਤਮਾ ਨਾਸ਼ ਤੋਂ ਰਹਿਤ ਹੈ, ਅਬਿਨਾਸ਼ੀ ਹਸਤੀ ਹੈ। ਸਾਰਾ ਜਗਤ ਨਾਸ਼ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ। ਪਰਮਾਤਮਾ ਦੇ ਪਿਆਰੇ ਜਿਹੜੇ ਨਾਮ ਜਪਿਆ ਕਰਦੇ ਨੇ, ਆਪਣੇ ਆਪ ਨੂੰ ਪਹਿਚਾਨ ਲੈਂਦੇ ਨੇ, ਨਿਜ ਸਰੂਪ ਨੂੰ, ਆਤਮ ਸਰੂਪ ਨੂੰ, ਉਹ ਪ੍ਰਭੂ ਵਿੱਚ ਅਭੇਦ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਆਪਣੀ ਬਾਣੀ ਦੇ ਵਿੱਚ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮਹਾਰਾਜ ਕਹਿੰਦੇ ਪ੍ਰਮਾਤਮਾ ਨਾਸ਼ ਰਹਿਤ ਹਸਤੀ ਹੈ ਤੇ ਸਾਰੇ ਜੀਵਾਂ ਦਾ ਉਹ ਦਾਤਾ ਹੈ, ਦਾਨ ਕਰਨ ਵਾਲਾ ਹੈ। ਪ੍ਰਮਾਤਮਾ ਸਾਰੀ ਪ੍ਰਕਿਰਤੀ ਨੂੰ ਪਾਲਣਹਾਰਾ, ਪੋਖਣਹਾਰਾ ਹੈ। ਤੇ ਵਾਹਿਗੁਰੂ ਸਾਹਿਬ ਦਾ ਨਾਮ ਸਿਮਰ ਕਰਕੇ, ਵਾਹਿਗੁਰੂ ਦੇ ਨਾਮ ਨੂੰ ਯਾਦ ਕਰਕੇ ਜੀਵਾਂ ਦੀ ਜਿਹੜੀ ਮਲ ਹੈ ਨਾ, ਹਿਰਦਿਆਂ ਦੀ ਮੈਲ, ਅਗਿਆਨ, ਇਹ ਖਤਮ ਹੋ ਜਾਂਦਾ ਹੈ ਸਾਰਾ ਹੀ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਗੁਣੀ ਨਿਧਾਨ, ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਜੋ ਪਾਵਨ ਗੁਣ ਹਨ, ਉਹਦੀ ਸਿਫਤ ਸਲਾਹ ਹੈ, ਉਹਦੀ ਵਡਿਆਈ ਹੈ। ਇਹ ਕਿਹਨੂੰ ਪ੍ਰਾਪਤ ਹੁੰਦੀ? ਮਹਾਰਾਜ ਕਹਿੰਦੇ ਭਗਤਾਂ ਨੂੰ, ਜਿਹੜੇ ਪਰਮਾਤਮਾ ਦੇ ਭਗਤ ਹਨ। ਇਹ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਪਰਮਾਤਮਾ ਦੇ ਨਾਮ ਨੂੰ ਜਪਣਾ, ਉਹਦੀ ਸਿਫਤ ਕਰਨੀ, ਉਹਦੀ ਕਥਾ ਕੀਰਤੀ ਕਰਨੀ, ਉਹਦਾ ਕੀਰਤਨ ਕਰਨਾ। ਇਹ ਸੌਖਾ ਨਹੀਂ ਮਿਲ ਜਾਂਦਾ। ਇਹ ਬੜੇ ਵੱਡੇ ਭਾਗ ਹੋਵਣ ਤੇ ਦਾਤ ਮਿਲਦੀ ਹੈ, ਇਹ ਪ੍ਰਭੂ ਦੇ ਪਿਆਰਿਆਂ ਨੂੰ ਹੀ ਮਿਲਦੀ ਹੈ ਜੀ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਇਹ ਮੇਰੇ ਮਨਾ ਉਸ ਵਾਹਿਗੁਰੂ ਨੂੰ
ਗੋਪਾਲ ਜਿਹੜਾ ਇਸ ਧਰਤੀ ਨੂੰ ਪਾਲਣਹਾਰਾ ਹੈ, ਇਸ ਧਰਤੀ ਦੀ ਪਾਲਣਾ ਕਰਦਾ ਹੈ ਸਾਰੇ ਸਰਬੱਤਰ ਜੀਵਾਂ ਦੀ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ, ਹੇ ਮੇਰੇ ਮਨਾ ਜਪਿਆ ਕਰ, ਉਹਨੂੰ ਯਾਦ ਕਰਿਆ ਕਰ। ਜਾ ਕੀ ਸਰਣ ਪਿਆ ਸੁਖ ਪਾਈਐ, ਬਾਹਰ ਦੁਖ ਨਾ ਹੋਈ। ਕੀ ਪ੍ਰਾਪਤ ਹੋਵੇਗਾ? ਉਹਦੇ ਨਾਮ ਜਪਣ ਕਰਕੇ, ਉਹਦੀ ਸ਼ਰਨ ਵਿੱਚ ਜਾਣ ਕਰਕੇ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਜਿਹਦੀ ਸ਼ਰਨ ਵਿੱਚ ਪੈਣ ਕਰਕੇ ਸੁਖ ਪ੍ਰਾਪਤ ਕਰੀਦਾ। ਤੇ ਮਹਾਰਾਜ ਕਹਿੰਦੇ ਬੌੜ ਦੁੱਖ ਨਾ ਹੋਈ, ਫਿਰ ਤੈਨੂੰ ਦੁਬਾਰਾ ਦੁੱਖ ਨਹੀਂ ਹੋਵੇਗਾ। ਕਿਹੜਾ ਦੁੱਖ ਹੈ ਸਾਧ ਸੰਗਤ? ਸਭ ਤੋਂ ਵੱਡਾ ਜੰਮਣ ਮਰਨ ਦਾ ਦੁੱਖ। ਵਾਰ-ਵਾਰ ਮਾਤਾ ਦੇ ਗਰਭ ਦੇ ਵਿੱਚ ਆਉਣਾ, ਜਨਮ ਧਾਰਨਾ ਤੇ ਫੇਰ ਖਤਮ ਹੋ ਜਾਣਾ। ਇਹ ਪ੍ਰਕਿਰਿਆ ਚੱਲਦੀ ਰਹਿੰਦੀ ਜੀਵਾਂ ਦੀ, ਖਤਮ ਨਹੀਂ ਹੁੰਦੀ। ਇਹ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਮਹਾਰਾਜ ਕਿਰਪਾ ਕਰ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਇਹ ਦੁੱਖ ਵੱਡਾ ਹੈ, ਮਾਤਾ ਦੇ ਗਰਭ ਦੇ ਵਿੱਚ ਆਉਣਾ ਤੇ ਵਾਰ-ਵਾਰ ਚਿਖਾ ਦੇ ਵਿੱਚ ਸੜਨਾ। ਇਹ ਖਤਮ ਕਰ ਦੇਵੋ। ਤੇ ਕਿਹਦਾ ਦੁੱਖ ਖਤਮ ਹੁੰਦਾ ਹੈ? ਵੱਡਾ ਦੁੱਖ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦੀ ਸ਼ਰਨ ਆ ਜਾਂਦੇ ਹਨ, ਉਹਨਾਂ ਨੂੰ ਫਿਰ ਦੁਬਾਰਾ ਦੁੱਖ ਨਹੀਂ ਭੋਗਣੇ ਪੈਂਦੇ। ਕਿਉਂ ਨਹੀਂ ਭੋਗਣੇ ਪੈਂਦੇ? ਉਹ ਵਾਹਿਗੁਰੂ ਵਰਗੇ ਹੀ ਬਣ ਜਾਂਦੇ ਹਨ, ਉਹ ਪਰਮਾਤਮਾ ਵਰਗੇ ਹੀ ਬਣ ਜਾਂਦੇ ਹਨ। ਰੱਬ ਦੇ ਪਿਆਰੇ ਰੱਬ ਹੀ ਬਣ ਜਾਂਦੇ ਨੇ, ਉਹ ਲੀਨ ਹੋ ਜਾਂਦੇ ਨੇ ਉਹਦੇ ਵਿੱਚ। ਰਹਾਉ ਦਾ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ। ਰਹਾਉ ਦਾ ਅਰਥ ਇਹ ਵੀ ਹੈ ਸਾਧ ਸੰਗਤ, ਇਸ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਰਹਾਓ, ਟਿਕਾ ਲੈਣਾ ਕਰੋ, ਵਸਾ ਲੈਣਾ ਕਰੋ। ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਕੋਈ। ਵੱਡਿਆਂ ਭਾਗਾਂ ਨਾਲ ਪਰਮਾਤਮਾ ਜੀ ਦੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਸੰਤਾਂ ਦੀ, ਪਿਆਰਿਆਂ ਦੀ, ਵਾਹਿਗੁਰੂ ਦਿਆਂ ਦੀ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ। ਤੇ ਸੰਗਤ ਦੀ ਸੇਵਾ ਕਰਕੇ, ਸੰਗਤ ਵਿੱਚ ਬੈਠਣ ਕਰਕੇ, ਸੰਗਤ ਵਿੱਚ ਨਾਮ ਜਪਣ ਕਰਕੇ, ਸਿਫਤ ਕਰਨ ਕਰਕੇ ਪਰਮਾਤਮਾ ਦੀ ਮਹਾਰਾਜ ਕਹਿੰਦੇ ਜਿਹੜੀ ਦੁਰਮਤ ਭੈੜੀ ਮਤ ਹੈ ਇਹ ਖਤਮ ਹੋ ਜਾਂਦੀ ਹੈ, ਇਹ ਨਾਸ਼ ਹੋ ਜਾਂਦੀ ਹੈ। ਜਿਹੜੀ ਵਿਪਰੀਤ ਬੁੱਧੀ ਹੈ, ਮਾੜੀ ਬੁੱਧੀ ਹੈ, ਜਿਹੜੀ ਸਾਨੂੰ ਵਿਕਾਰਾਂ ਵੱਲ, ਵਿਸ਼ਿਆਂ ਵੱਲ ਪ੍ਰੇਰਦੀ ਹੈ, ਉਹਨੂੰ ਦੁਰਮਤ ਕਹਿੰਦੇ ਹਨ। ਇਹ ਖਤਮ ਹੁੰਦੀ ਹੈ ਜੇ ਗੁਰਸਿੱਖਾਂ ਦੀ ਸੰਗਤ ਵਿੱਚ ਆਓਗੇ, ਮਹਾਤਮਾ ਦੀ ਸੰਗਤ ਵਿੱਚ ਆਓਗੇ, ਸਤਿਗੁਰੂ ਦੀ ਸੰਗਤ ਵਿੱਚ ਆਓਗੇ ਤਾਂ ਤਿਨ ਕੀ ਧੂਰ ਨਾਨਕ ਦਾਸ ਬਾਛੈ, ਦਿਨ ਹਰ ਨਾਮ ਹਿਰਦੈ ਪੁਰੋਈ। ਤਾਂ ਸਤਿਗੁਰੂ ਕਹਿੰਦੇ ਹੈ ਵਾਹਿਗੁਰੂ ਕਿਰਪਾ ਕਰ ਮੇਰੇ ਤੇ, ਮੇਰੀ ਇੱਕ ਮੰਗ ਹੈ ਆਪ ਜੀ ਦੇ ਚਰਨਾਂ ਵਿੱਚ। ਜਿਹੜੇ ਤੇਰੇ ਨਾਮ ਦੇ ਜਪਣ ਵਾਲੇ ਜਪੀਏ ਹਨ, ਨਾਮ ਦੇ ਰਸੀਏ ਨੇ, ਜਿਹੜੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਜੀ ਆਪ ਜੀ ਦੇ ਨਾਮ ਨੂੰ ਪਰੋ ਕਰਕੇ ਰੱਖਿਆ ਹੋਇਆ। ਜਿਵੇਂ ਮਾਲਾ ਜਿਹੜੀ ਹੈ, ਇਹ ਮਾਲਾ ਦੇ ਸੂਤ ਵਿੱਚ ਮਣਕੇ ਪਰੋਏ ਜਾਂਦੇ ਨੇ ਤੇ ਮਾਲਾ ਬਣਾ ਕੇ ਫਿਰ ਗਲੇ ਵਿੱਚ ਪਾ ਲੈਂਦੇ ਨੇ ਕਈ ਲੋਕ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰੱਬ ਦੇ ਨਾਮ ਦੀ ਮਾਲਾ ਬਣਾ ਕਰਕੇ ਆਪਣੇ ਹਿਰਦੇ ਵਿੱਚ ਪਰੋ ਕੇ ਰੱਖੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰ, ਉਹਨਾਂ ਦੀ ਮੈਨੂੰ ਚਰਨ ਧੂੜੀ ਬਖਸ਼ਿਸ਼ ਕਰ ਦੇ, ਤਾਂ ਕਰਕੇ ਮੇਰਾ ਵੀ ਉਹਨਾਂ ਗੁਰਮੁਖਾਂ ਦੇ ਨਾਲ, ਸਤਿਪੁਰਖਾਂ ਦੇ ਨਾਲ ਰਹਿ ਕਰਕੇ ਭਲਾ ਹੋ ਜਾਏ, ਮੇਰੇ ਤੇ ਵੀ ਇਹ ਬਖਸ਼ਿਸ਼ ਹੋ ਜਾਵੇ। ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਅੱਜ ਆਪਣੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੇ ਅੰਦਰ ਗਰੀਬ ਨਵਾਜ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀ ਭੁੱਲ ਗਲਤੀ ਹੋ ਜਾਣੀ ਸੁਭਾਵਕ ਹੈ। ਬਾਣੀ ਅਗਾਧ ਬੋਧ ਹੈ, ਦਾਸ ਅਣਜਾਣ ਹੈ। ਸਤਿਗੁਰੂ ਦੀ ਸੰਗਤ ਮਹਾਰਾਜ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ, ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਕੋਈ। ਤਿਨ ਕੀ ਧੂਰ ਨਾਨਕ ਦਾਸ ਪਾਛੈ, ਜਿਨ ਹਰ ਨਾਮ ਹਿਰਦੈ ਪੁਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।